ਹੈਲੋ एवरीवन ਵੈਲਕਮ ਬੈਕ ਟੂ ਦ ਚੈਨਲ ਅਗੇਨ। ਤੇ ਅੱਜ ਦੀ ਵੀਡੀਓ ਵਿੱਚ ਮੈਂ ਦੱਸੂਗਾ ਕਿ ਆਪਾਂ ਕੈਨੇਡਾ ਦੇ ਵਿੱਚ ਕੈਨੇਡੀਅਨ ਸਿਟੀਜ਼ਨਸ਼ਿਪ ਕਿੱਦਾਂ ਅਪਲਾਈ ਕਰ ਸਕਦੇ ਹਾਂ ਤੇ ਉਹਦੇ ਲਈ ਆਪਾਂ ਨੂੰ ਕਿਹੜੀ ਐਲੀਜੀਬਿਲਟੀ ਚਾਹੀਦੀ ਹੁੰਦੀ ਹੈ ਤੇ ਮੈਂ ਆਪਣੀ ਕੈਨੇਡੀਅਨ ਸਿਟੀਜ਼ਨਸ਼ਿਪ 2 ਸਾਲ ਦੇ ਵਿੱਚ ਕਿਵੇਂ ਲਈ ਸੀਗੀ। ਕੈਨੇਡਾ ਦੇ ਵਿੱਚ ਆ ਕੇ ਆਪਣਾ ਕੈਨੇਡੀਅਨ ਪਾਸਪੋਰਟ ਮੈਂ 2 ਸਾਲ ਦੇ ਵਿੱਚ ਕਿੱਦਾਂ ਲਿਆ ਸੀਗਾ। ਚਲੋ ਫਿਰ ਸਟਾਰਟ ਕਰਦੇ ਹਾਂ ਵੀਡੀਓ। फर्स्ट रिक्वायरमेंट है कि तुसी परमानेंट रेजिडेंट होने चाहिए कैनेडा दे। सैकेंड रिक्वायरमेंट है कि तुसी कैनेडा दे विच जे तुसी अपनी इनकम अर्न कर रहे हो, तुसी काम करते हो, तुसी इनकम टैक्स फाइल किया होना चाहिए। तो थर्ड रिक्वायरमेंट है कि तुसी इंग्लिश लैंग्वेज या तुसी फ्रेंच लैंग्वेज शो करनी है कि तुहानू इंग्लिश या फ्रेंच तुहानू पढ़नी या लिखनी आती है। फोर्थ रिक्वायरमेंट है कि तुसी एक कैनेडियन सिटीजनशिप लिए टेस्ट भी देना होंगे तो वो टेस्ट दे के कैनेडियन सिटीजनशिप लै सकते हो। लास्ट वेरी इंपोर्टेंट रिक्वायरमेंट हैगी है कि तुसी लास्ट 5 ईयर ਦੇ ਵਿੱਚ ਕੈਨੇਡਾ ਦੇ ਵਿੱਚ PR ਹੋਣ ਤੋਂ ਬਾਅਦ ਤੁਸੀਂ ਐਟਲੀਸਟ 3 ਈਅਰਸ ਕੈਨੇਡਾ ਦੇ ਵਿੱਚ ਰਹੇ ਹੋ। ਹੁਣ ਜਿਹੜੀ ਇਹ ਸਾਰੀਆਂ ਰਿਕੁਆਇਰਮੈਂਟਸ ਤੁਸੀਂ ਇਹ ਫੋਲੋ ਕਰਦੇ ਹੋ ਤਾਂ ਤੁਸੀਂ ਕੈਨੇਡੀਅਨ ਸਿਟੀਜ਼ਨਸ਼ਿਪ ਨੂੰ ਲੈਣ ਲਈ ਐਲੀਜੀਬਲ ਹੋ ਜਾਂਦੇ ਹੋ। ਜਿਹੜੀਆਂ ਇਹ ਸਾਰੀਆਂ ਰਿਕੁਆਇਰਮੈਂਟਸ ਹੈਗੀਆਂ ਇਹ ਜਿਹੜੀ ਕੈਨੇਡੀਅਨ ਗਵਰਨਮੈਂਟ ਦੀ ਵੈਬਸਾਈਟ ਦੇ ਉੱਪਰ ਦਿੱਤੀਆਂ ਹੋਈਆਂ। ਤੁਸੀਂ ਇਹਦੇ ਲਈ ਆਪਣੀ ਐਲੀਜੀਬਿਲਟੀ ਵੀ ਚੈੱਕ ਕਰ ਸਕਦੇ ਹੋ ਇਹਨਾਂ ਦੀ ਵੈਬਸਾਈਟ ਦੇ ਉੱਪਰ ਜਾ ਕੇ। ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਫਰਸਟ ਰਿਕੁਆਇਰਮੈਂਟ ਜਿਹੜੀ ਹੈ ਉਹ ਹੈਗੀ ਹੈ ਪਰਮਾਨੈਂਟ ਰੈਜ਼ੀਡੈਂਸ ਤੁਸੀਂ ਹੋਣੇ ਚਾਹੀਦੇ ਕੈਨੇਡਾ ਦੇ। ਤੇ ਸੈਕਿੰਡ ਰਿਕੁਆਇਰਮੈਂਟ ਹੈਗੀ ਤੁਸੀਂ ਟੈਕਸਿਸ ਫਾਈਲ ਕੀਤਾ ਹੋਣਾ ਚਾਹੀਦਾ ਕੈਨੇਡਾ ਦੇ ਵਿੱਚ ਜੇ ਤੁਸੀਂ ਕੰਮ ਕਰਦੇ ਸੀਗੇ। ਉਸ ਤੋਂ ਬਾਅਦ ਤੁਹਾਨੂੰ ਕੈਨੇਡੀਅਨ ਸਿਟੀਜ਼ਨਸ਼ਿਪ ਵਾਸਤੇ ਤੁਹਾਨੂੰ ਟੈਸਟ ਵੀ ਦੇਣਾ ਪੈਂਦਾ। ਜੇ ਤੁਸੀਂ ਉਸ ਟੈਸਟ ਨੂੰ ਪ੍ਰੀਪੇਅਰ ਕਰਨਾ ਹੈ ਤੁਹਾਨੂੰ ਇੱਕ ਗਵਰਨਮੈਂਟ ਵੱਲੋਂ ਫ੍ਰੀ ਬੁੱਕ ਮਿਲ ਜਾਂਦੀ ਹੈ ਤੇ ਉਹ ਜੇ ਤੁਸੀਂ ਬੁੱਕ ਨੂੰ ਤੁਸੀਂ ਡਾਊਨਲੋਡ ਕਰਨਾ ਹੈ ਆਨਲਾਈਨ ਉਹ ਵੀ ਤੁਸੀਂ ਕਰ ਸਕਦੇ ਹੋ। ਜਿਹੜੀ ਉਹ ਬੁੱਕ ਦਾ ਨਾਮ ਹੈਗਾ ਡਿਸਕਵਰ ਕੈਨੇਡਾ। ਜੇ ਤੁਸੀਂ ਗੂਗਲ ਦੇ ਉੱਪਰ ਟਾਈਪ ਕਰੋਗੇ ਡਿਸਕਵਰ ਕੈਨੇਡਾ ਤੇ ਜਿਹੜਾ ਫਰਸਟ ਲਿੰਕ ਆਊਗਾ ਦ ਰਾਈਟਸ ਐਂਡ ਰਿਸਪੌਂਸਿਬਿਲਿਟੀਜ਼ ਆਫ ਕੈਨੇਡੀਅਨ ਸਿਟੀਜ਼ਨਸ਼ਿਪ, ਇੱਥੇ ਜਦੋਂ ਤੁਸੀਂ ਕਲਿੱਕ ਕਰੋਗੇ ਉਸ ਤੋਂ ਬਾਅਦ ਤੁਹਾਡੇ ਕੋਲ ਆਹ ਪੇਜ ਖੁੱਲ ਜਾਊਗਾ। ਜਿਹੜੀ ਡਿਸਕਵਰ ਕੈਨੇਡਾ ਦੀ ਸਟੱਡੀ ਗਾਈਡ ਆ ਤੁਸੀਂ ਇਹਨੂੰ ਰੀਡ ਵੀ ਕਰ ਸਕਦੇ ਹੋ, ਤੁਸੀਂ ਇਹਨੂੰ ਸੁਣ ਵੀ ਸਕਦੇ ਹੋ। ਜਿਵੇਂ ਇੱਥੇ ਲਿਖਿਆ ਹੋਇਆ ਕਿ ਤੁਸੀਂ ਲਿਸਨ ਤੇ ਕਲਿੱਕ ਕਰੋਗੇ ਤੁਹਾਨੂੰ ਤੁਸੀਂ ਲਿਸਨ ਵੀ ਕਰ ਸਕਦੇ ਹੋ। ਜੇ ਤੁਸੀਂ PDF ਡਾਊਨਲੋਡ ਕਰਨਾ ਆਪਣੇ ਕੰਪਿਊਟਰ ਦੇ ਵਿੱਚ ਤੁਸੀਂ PDF ਫਾਈਲ ਨੂੰ ਡਾਊਨਲੋਡ ਕਰਕੇ ਵੀ ਇਸ ਨੂੰ ਰੀਡ ਕਰ ਸਕਦੇ ਹੋ। ਲਾਸਟ ਵਿੱਚ ਤੁਸੀਂ ਇੱਕ ਫਿਜ਼ੀਕਲ ਕਾਪੀ ਵੀ ਇਹਦੀ ਆਰਡਰ ਕਰ ਸਕਦੇ ਹੋ ਆਪਣੇ ਘਰ ਦੇ ਵਿੱਚ। ਜੇ ਤੁਸੀਂ ਆਰਡਰ ਤੇ ਕਲਿੱਕ ਕਰੋਗੇ ਤੁਸੀਂ ਆਪਣਾ ਐਡਰੈਸ ਫਿਲ ਆਊਟ ਕਰ ਦੇਣਾ ਤੇ ਤੁਹਾਡੇ ਘਰੇ ਕਾਪੀ ਆਫ ਡਿਸਕਵਰ ਕੈਨੇਡਾ ਜਿਹੜੀ ਬੁੱਕ ਹੈ ਉਹ ਤੁਹਾਡੇ ਘਰੇ ਸੈਂਡ ਕਰ ਦਿੰਦੇ ਆ। ਤੇ ਦੂਜੀ ਗੱਲ ਇਹ ਹੈ ਕਿ ਇਸ ਬੁੱਕ ਦਾ ਕੋਈ ਵੀ ਚਾਰਜ ਨਹੀਂ ਹੈਗਾ, ਤੁਹਾਨੂੰ ਫ੍ਰੀ ਆਫ ਕਾਸਟ ਤੁਹਾਨੂੰ ਇਹ ਬੁੱਕ ਘਰੇ ਸੈਂਡ ਕਰ ਦਿੰਦੇ ਆ। फोर्थ रिक्वायरमेंट सीगी इंग्लिश लैंग्वेज की रिक्वायरमेंट है वो तुसी किद्दां प्रूव कर सकते हो कि जे तुसी कैनेडा दे विच एज अ स्टूडेंट आए सीगे ते तुसी कोई भी इत्थे कोर्स कीता होवे कि जिहड़ी कैनेडा दे विच एजुकेशन है वो इंग्लिश या फ्रेंच लैंग्वेज दे विच ही हुंदी है। ਤੇ ਜਿਹੜੇ ਵੀ ਤੁਹਾਨੂੰ ਉੱਥੋਂ ਟ੍ਰਾਂਸਕ੍ਰਿਪਟਸ ਮਿਲੀਆਂ ਹੁੰਦੀਆਂ ਨੇ, ਜਿਹੜੇ ਵੀ ਤੁਹਾਨੂੰ ਸਰਟੀਫਿਕੇਟਸ ਮਿਲੇ ਹੁੰਦੇ ਆ, ਤੁਸੀਂ ਕੈਨੇਡੀਅਨ ਸਰਟੀਫਿਕੇਟ ਦੀ ਕਾਪੀ ਨਾਲ ਅਟੈਚ ਕਰ ਸਕਦੇ ਹੋ ਕਿ ਤੁਸੀਂ ਜਿਹੜੀ ਆਪਣੀ ਐਜੂਕੇਸ਼ਨ ਹੈ ਕੈਨੇਡਾ ਦੇ ਵਿੱਚ ਹੀ ਕੀਤੀ ਸੀਗੀ। ਪਰ ਜੇ ਤੁਸੀਂ ਫਿਰ ਕਿਸੇ ਹੋਰ ਕੰਟਰੀ 'ਚ ਵੀ ਕੀਤੀ ਹੈ, ਜਿਵੇਂ ਤੁਸੀਂ ਇੰਡੀਆ ਦੇ ਵਿੱਚ ਕੀਤੀ ਹੈ ਆਪਣੀ ਐਜੂਕੇਸ਼ਨ, ਤੇ ਹੁਣ ਇੰਡੀਆ ਦੇ ਵਿੱਚ ਵੀ ਤੁਸੀਂ ਇੰਗਲਿਸ਼ ਦਾ ਕੋਰਸ ਤਾਂ ਕੀਤਾ ਹੀ ਹੁੰਦਾ, ਇੰਗਲਿਸ਼ ਮੀਡੀਅਮ ਸਕੂਲ 'ਚ ਪੜ੍ਹੇ ਸੀਗੇ ਤੇ ਤੁਹਾਡੇ ਕੋਲ ਟ੍ਰਾਂਸਕ੍ਰਿਪਟਸ ਜਿਹੜੀਆਂ ਨੇ ਤੁਹਾਡੇ ਸਰਟੀਫਿਕੇਟ ਇੰਡੀਆ ਦੇ ਉਹ ਇੰਗਲਿਸ਼ ਲੈਂਗੁਏਜ ਵਿੱਚ ਹੈਗੇ ਨੇ, ਤੁਸੀਂ ਉਹ ਉਹਨਾਂ ਨੂੰ ਸ਼ੋਅ ਕਰ ਸਕਦੇ ਹੋ ਉਹਨਾਂ ਦੀ ਕਾਪੀ ਨਾਲ ਅਟੈਚ ਕਰਕੇ ਕਿ ਤੁਸੀਂ ਆਪਣੀ ਐਜੂਕੇਸ਼ਨ ਇੰਡੀਆ ਦੇ ਵਿੱਚ ਵੀ ਇੰਗਲਿਸ਼ ਲੈਂਗੁਏਜ ਦੇ ਵਿੱਚ ਹੀ ਕੀਤੀ ਸੀਗੀ। ਅਦਰ ਦੈਨ ਦੈਟ ਤੁਸੀਂ ਆਪਣੇ ਆਈਲੈਟਸ ਦਾ ਰਿਜ਼ਲਟ ਵੀ ਸ਼ੋਅ ਕਰ ਸਕਦੇ ਹੋ ਜਿਹਦੇ ਵਿੱਚ ਤੁਹਾਨੂੰ CLB4 ਚਾਹੀਦਾ ਹੁੰਦਾ ਹੈ। ਜਿਹੜਾ CLB4 ਹੈ ਉਹ IELTS ਦੇ 4 ਬੈਂਡ ਦੇ ਇਕੁਇਵਲੈਂਟ ਹੁੰਦਾ। ਸੋ ਇੰਗਲਿਸ਼ ਲੈਂਗੁਏਜ ਦੀ ਕੋਈ ਜ਼ਿਆਦਾ ਰਿਕੁਆਇਰਮੈਂਟ ਨਹੀਂ ਹੈਗੀ। तो ਜਿਹੜੀ ਲਾਸਟ ਰਿਕੁਆਇਰਮੈਂਟ ਤੁਹਾਨੂੰ ਮੈਂ ਦੱਸੀ ਸੀਗੀ ਆਪਾਂ ਨੂੰ ਐਟਲੀਸਟ 3 ਇਅਰਸ ਕੈਨੇਡਾ ਦੇ ਵਿੱਚ ਰਹਿਣਾ ਪੈਂਦਾ ਆ ਆਊਟ ਆਫ ਲਾਸਟ 5 ਇਅਰਸ ਦੇ ਵਿੱਚ। ਜੇ ਆਪਾਂ ਇਹਨੂੰ ਡੇਜ਼ ਦੇ ਵਿੱਚ ਕਾਊਂਟ ਕਰਦੇ ਹਾਂ ਤੇ ਆਪਾਂ ਨੂੰ 1095 ਡੇਜ਼ ਸ਼ੋ ਕਰਨਾ ਪੈਂਦਾ ਆਪਾਂ ਕੈਨੇਡਾ ਦੇ ਵਿੱਚ ਫਿਜ਼ੀਕਲੀ ਪ੍ਰੈਜ਼ੈਂਟ ਸੀਗੇ। ਤੇ ਹੁਣ ਆਪਾਂ ਗੱਲ ਕਰਦੇ ਹਾਂ ਕਿ ਆਪਾਂ ਇਹ ਜਿਹੜੇ ਡੇਜ਼ ਨੇ ਇਹਨਾਂ ਨੂੰ ਕਾਊਂਟ ਕਿਵੇਂ ਕਰਨਾ ਹੈ। ਆਫਟਰ PR ਆਪਾਂ ਜੇ ਆਪਾਂ ਕਦੀ ਵੀ ਇੰਡੀਆ ਗਏ ਹੋਈਏ ਜਾਂ ਕਿਸੇ ਹੋਰ ਕੰਟਰੀ ਗਏ ਸੀ, ਆਪਾਂ ਘੁੰਮਣ ਫਿਰਨ ਗਏ ਸੀਗੇ ਜਾਂ ਇੰਡੀਆ ਗਏ ਸੀ ਆਪਣੀ ਫੈਮਿਲੀ ਵਿਜ਼ਿਟ ਕਰਨ ਗਏ ਸੀਗੇ, ਜਿਹੜੇ ਵੀ ਦਿਨ ਤੁਸੀਂ ਕੈਨੇਡਾ ਦੇ ਵਿੱਚੋਂ ਐਬਸੈਂਟ ਸੀਗੇ ਆਫਟਰ PR ਉਹ ਡੇਜ਼ ਤੁਹਾਨੂੰ ਮਾਈਨਸ ਕਰਨੇ ਪੈਂਦੇ ਆ। ਜਿਹੜਾ ਉਹ ਟਾਈਮ ਹੁੰਦਾ ਉਹਨੂੰ ਤੁਸੀਂ ਮਾਈਨਸ ਕਰਨ ਲਈ ਤੁਹਾਨੂੰ ਕੈਲਕੂਲੇਟ ਕਰਨਾ ਪੈਂਦਾ ਕਿ ਤੁਸੀਂ ਕਿੰਨਾ ਟਾਈਮ ਕੈਨੇਡਾ ਦੇ ਵਿੱਚੋਂ ਐਬਸੈਂਟ ਸੀਗੇ। ਹੁਣ ਉਹ ਡੇਜ਼ ਨੂੰ ਤੁਸੀਂ ਕੈਲਕੂਲੇਟ ਕਰਨ ਲਈ ਜਿਹੜੇ ਵੀ ਤੁਸੀਂ ਪਾਸਪੋਰਟ ਦੇ ਉੱਪਰ ਸਟੈਂਪਸ ਲੱਗੀਆਂ ਹੁੰਦੀਆਂ ਨੇ, ਜਿਹੜੀ ਅਰਾਈਵਲ ਜਾਂ ਡਿਪਾਰਚਰ ਸਟੈਂਪਸ ਹੁੰਦੀਆਂ ਨੇ, ਉਹ ਤੁਸੀਂ ਉਹ ਤੋਂ ਡੇਟ ਆਪਣੀ ਚੈੱਕ ਕਰ ਸਕਦੇ ਹੋ ਵੀ ਤੁਸੀਂ ਕਦੋਂ ਐਬਸੈਂਟ ਸੀਗੇ, ਕਦੋਂ ਤੁਸੀਂ ਕੈਨੇਡਾ ਵਿੱਚੋਂ ਡਿਪਾਰਟ ਕੀਤਾ ਸੀਗਾ ਤੇ ਕਦੋਂ ਤੁਸੀਂ ਅਰਾਈਵ ਕੀਤਾ ਸੀ ਬੈਕ ਇਨ ਕੈਨੇਡਾ। ਤੇ ਇਸ ਤੋਂ ਇਲਾਵਾ ਤੁਸੀਂ ਆਪਣੀਆਂ ਜਿਹੜੀ ਟਿਕਟਸ ਦੀਆਂ ਕਾਪੀਜ਼ ਹੁੰਦੀਆਂ ਨੇ ਤੁਸੀਂ ਉਹ ਵੀ ਸੰਭਾਲ ਕੇ ਰੱਖ ਸਕਦੇ ਹੋ ਐਜ਼ ਅ ਪ੍ਰੂਫ। ਤੁਸੀਂ ਜਦੋਂ ਸਿਟੀਜ਼ਨਸ਼ਿਪ ਦੀ ਫਾਈਲ ਆਪਣੀ ਫਿਲ ਆਊਟ ਕਰਨੀ ਹੈ ਤੇ ਉਹ ਤੁਸੀਂ ਉਹਦੇ ਵਿੱਚ ਨਾਲ ਅਟੈਚ ਕਰਨੀ ਹੁੰਦੀ ਹੈ। ਤੇ ਬਹੁਤ ਸਾਰੇ ਜਿਹੜੇ ਲੋਕ ਨੇ ਕੈਨੇਡਾ ਆ ਕੇ US ਦਾ ਵੀਜ਼ਾ ਲੈ ਲੈਂਦੇ ਨੇ ਤੇ US ਘੁੰਮਣ ਫਿਰਨ ਜਾਂਦੇ ਆ ਕਿਉਂਕਿ ਉਹਨਾਂ ਨੇ ਟਰੱਕ ਚਲਾਉਣਾ ਹੁੰਦਾ ਤੇ ਉਹ USA ਨੂੰ ਟਰੱਕ ਚਲਾਉਂਦੇ ਨੇ। ਤੇ ਉਹ ਜਦੋਂ ਆਪਾਂ ਟਰੱਕ US ਨੂੰ ਵੀ ਚਲਾਉਂਦੇ ਹਾਂ ਜਿਹੜੇ ਵੀ ਦਿਨ ਆਪਾਂ ਕੈਨੇਡਾ ਦੇ ਵਿੱਚੋਂ ਐਬਸੈਂਟ ਹੋ ਜਾਂਦੇ ਹਾਂ US ਜਾਣ ਲਈ ਵੀ ਉਹ ਡੇਜ਼ ਵੀ ਆਪਾਂ ਨੂੰ ਕੈਲਕੂਲੇਟ ਕਰਨੇ ਪੈਂਦੇ ਆ। ਜਿਵੇਂ ਹੁਣ ਆਪਾਂ ਟਰੱਕ ਚਲਾਉਣ ਲਈ ਲੈਂਡ ਬਾਰਡਰ ਕ੍ਰਾਸ ਕਰਦੇ ਹਾਂ, ਲੈਂਡ ਬਾਰਡਰ ਕ੍ਰਾਸ ਕਰਨ ਦੇ ਟਾਈਮ ਤੁਹਾਨੂੰ USA ਵਾਲੇ ਤੁਹਾਡੇ ਪਾਸਪੋਰਟ ਦੇ ਉੱਪਰ ਇੱਕ ਹੀ ਸਟੈਂਪ ਲਾਉਂਦੇ ਨੇ ਤੇ ਤੁਸੀਂ 6 ਮੰਥਸ ਲਈ ਜਿੰਨੀ ਮਰਜ਼ੀ ਐਂਟਰੀਜ਼ ਤੇ ਐਗਜ਼ਿਟ ਕਰ ਸਕਦੇ ਹੋ ਕੈਨੇਡਾ US ਦੇ ਵਿੱਚ ਤੇ ਤੁਹਾਡਾ ਹੋਰ ਕੋਈ ਸਟੈਂਪ ਨਹੀਂ ਲੱਗਦੀ।
ਤੇ ਤੁਹਾਨੂੰ ਇੱਕੋ ਹੀ 6 ਮੰਥਸ ਵਾਸਤੇ ਸਿਰਫ ਇੱਕ ਸਟੈਂਪ ਲਾ ਦਿੰਦੇ ਆ। ਤੇ ਇਸ ਕਰਕੇ ਆਪਣੇ ਕੋਲ ਇੱਕ ਟਰੈਕ ਨਹੀਂ ਰਹਿੰਦਾ ਕਿ ਆਪਾਂ ਕਿੰਨਾ ਟਾਈਮ ਕੈਨੇਡਾ ਤੋਂ ਬਾਹਰ ਰਹੇ ਆ ਤੇ ਕਿੰਨਾ ਟਾਈਮ ਆਪਾਂ USA ਦੇ ਵਿੱਚ ਰਹੇ ਆ, ਤੇ ਕਿਉਂਕਿ ਆਪਣੇ ਪਾਸਪੋਰਟ ਦੇ ਉੱਪਰ ਸਟੈਂਪ ਤਾਂ ਲੱਗੀ ਨਹੀਂ ਹੁੰਦੀ। ਹੁਣ ਆਪਾਂ ਉਸ ਬਾਰੇ ਗੱਲ ਕਰਦੇ ਹਾਂ ਕਿ ਆਪਾਂ ਉਹ ਟਾਈਮ ਨੂੰ ਕਿੱਦਾਂ ਫਾਈਂਡ ਆਊਟ ਕਰ ਸਕਦੇ ਹਾਂ ਕਿ ਆਪਾਂ ਕਿੰਨਾ ਟਾਈਮ US ਦੇ ਵਿੱਚ ਸੀਗੇ। ਜਿਹੜਾ ਵੀ ਟਾਈਮ ਤੁਸੀਂ US ਦੇ ਵਿੱਚ ਸਪੈਂਡ ਕੀਤਾ ਆ, ਉਹ ਟਾਈਮ ਨੂੰ ਕਾਊਂਟ ਕਰਨ ਵਾਸਤੇ ਤੁਸੀਂ ਗੂਗਲ ਦੇ ਵਿੱਚ ਜਾਓਗੇ। ਗੂਗਲ ਵਿੱਚ ਤੁਸੀਂ ਟਾਈਪ ਕਰਨਾ I-94 ਤੇ ਉਸ ਤੋਂ ਬਾਅਦ ਤੁਸੀਂ ਕਲਿੱਕ ਕਰਨਾ ਆ ਵਿਊ ਟਰੈਵਲ ਹਿਸਟਰੀ। ਜਦੋਂ ਤੁਸੀਂ ਵਿਊ ਟਰੈਵਲ ਹਿਸਟਰੀ ਦੇ ਉੱਪਰ ਕਲਿੱਕ ਕਰੋਗੇ ਤੇ ਉਸ ਤੋਂ ਬਾਅਦ ਤੁਸੀਂ ਆਪਣੀ ਪਾਸਪੋਰਟ ਦੀ ਸਾਰੀ ਡਿਟੇਲ ਇੱਥੇ ਪਾ ਦੇਣੀ ਆ। ਸਾਰੀ US ਦੀਆਂ ਐਂਟਰੀਆਂ ਤੁਹਾਡੇ ਕੋਲ ਇੱਥੇ ਆ ਜਾਂਦੀਆਂ ਤੇ ਤੁਸੀਂ ਇਸ ਨੂੰ ਪ੍ਰਿੰਟ ਆਊਟ ਕਰਕੇ ਨਾਲ ਅਟੈਚ ਕਰ ਸਕਦੇ ਹੋ। ਜਿਹੜਾ I-94 ਰੈਕਡ ਹੈ ਇਹ ਕਈ ਵਾਰੀ ਸਾਰਿਆਂ ਦਾ ਨਹੀਂ ਨਿਕਲਦਾ ਹੈਗਾ, ਕਿਉਂਕਿ ਸਪੈਸ਼ਲੀ ਜਿਹੜੇ ਇੰਡੀਅਨ ਪਾਸਪੋਰਟ ਆ ਉਹਨਾਂ ਦੇ ਉੱਪਰ ਕਈਆਂ ਦਾ ਲਾਸਟ ਨੇਮ ਨਹੀਂ ਲਿਖਿਆ ਹੁੰਦਾ, ਸਿਰਫ ਗਿਵਨ ਨੇਮ ਹੀ ਲਿਖਿਆ ਹੁੰਦਾ ਹੈ। ਤੇ ਇਸ ਕਰਕੇ ਲਾਸਟ ਨੇਮ ਆਪਾਂ ਨੂੰ ਇੱਥੇ ਪਾਉਣਾ ਬਹੁਤ ਜ਼ਰੂਰੀ ਹੁੰਦਾ, ਪਰ ਲਾਸਟ ਨੇਮ ਨਾ ਹੋਣ ਕਰਕੇ I-94 ਰੈਕਡ ਆ ਉਹ ਇੱਥੇ ਕਈ ਵਾਰ ਨਹੀਂ ਨਿਕਲਦਾ। ਸੋ ਉਸ ਕੇਸ ਦੇ ਵਿੱਚ ਤੁਸੀਂ ਆਪਣੇ ਕੋਲ ਇੱਕ ਹੋਰ ਪ੍ਰੋਸੀਜਰ ਹੈਗਾ US ਦਾ ਰੈਕਡ ਕਿੱਦਾਂ ਫਾਈਂਡ ਆਊਟ ਕਰ ਸਕਦੇ ਹੋ। ਤੁਸੀਂ ਇੱਕ ਵੈਬਸਾਈਟ ਹੈ foiaonline.gov, ਤੁਸੀਂ ਇਸ ਵੈਬਸਾਈਟ ਦੇ ਉੱਪਰ ਜਾ ਕੇ ਤੇ ਤੁਸੀਂ ਆਪਣਾ ਅਕਾਊਂਟ ਸਾਈਨ ਅਪ ਕਰ ਲੈਣਾ। ਸਾਈਨ ਅਪ ਕਰਕੇ ਸਾਰੀ ਡਿਟੇਲ ਇੱਥੇ ਪਾ ਦੇਣੀ ਹੈ ਤੇ ਤੁਹਾਨੂੰ ਕਦੋਂ ਤੋਂ ਕਦੋਂ ਤੱਕ ਦਾ ਤੁਹਾਨੂੰ ਰੈਕਡ ਚਾਹੀਦਾ ਤੁਸੀਂ ਇਸ ਨੂੰ ਆਪਣੀ ਡਿਸਕ੍ਰਿਪਸ਼ਨ ਦੇ ਵਿੱਚ ਇੱਥੇ ਪਾ ਦੇਣਾ। ਤੇ ਇਸ ਤੋਂ ਬਾਅਦ ਤੁਸੀਂ ਆਪਣੇ ਡਾਕੂਮੈਂਟ ਜਿਹੜੇ ਟਰੈਵਲ ਡਾਕੂਮੈਂਟ ਜਿਵੇਂ ਕਿ US ਦਾ ਵੀਜ਼ਾ ਆ ਜਾਂ ਆਪਣੇ ਪਾਸਪੋਰਟ ਦੀ ਫੋਟੋ ਕਾਪੀ ਹੈ ਇੱਥੇ ਅਪਲੋਡ ਕਰ ਦੇਣੀ ਹੈ। ਕਰਨ ਤੋਂ ਬਾਅਦ ਸਬਮਿਟ ਕਰ ਦੇਣਾ ਤੇ ਤੁਹਾਡੀ ਈਮੇਲ ਦੇ ਵਿੱਚ ਤੁਹਾਨੂੰ ਰੈਕਡ ਜਿਹੜਾ ਹੈ ਉਹ ਸੈਂਡ ਕਰ ਦਿੰਦੇ ਆ। ਤੇ ਤੁਹਾਨੂੰ ਫੁੱਲ ਪ੍ਰੋਸੈਸ ਚਾਹੀਦਾ ਕਿ FOIA ਰੈਕਡ ਕਿੱਦਾਂ ਲੈਣਾ ਆ ਤੇ ਤੁਸੀਂ ਮੈਨੂੰ ਕਮੈਂਟ ਡਾਊਨ ਬਿਲੋ ਕਰੋ ਤੇ ਮੈਨੂੰ ਦੱਸ ਸਕਦੇ ਹੋ ਕਿ ਤੁਹਾਨੂੰ ਫੁੱਲ ਪ੍ਰੋਸੀਜਰ ਚਾਹੀਦਾ ਹੈ ਤੇ ਤੁਹਾਨੂੰ ਮੈਂ ਇੱਕ ਇਹਦੇ ਲਈ ਅਲੱਗ ਵੀਡੀਓ ਬਣਾ ਕੇ ਦਿਖਾ ਸਕਦਾ। ਸੋ ਕਮਿੰਗ ਬੈਕ ਟੂ ਮਾਈ ਸਟੋਰੀ ਨਾਓ, ਜਿਹੜੀ ਮੈਂ ਆਪਣੀ ਕੈਨੇਡੀਅਨ ਸਿਟੀਜ਼ਨਸ਼ਿਪ ਹੈ ਉਹ ਮੈਂ 2 ਸਾਲ ਬਾਅਦ ਹੀ ਅਪਲਾਈ ਕਰ ਦਿੱਤੀ ਸੀਗੀ। ਹੁਣ ਆਪਾਂ ਉਸ ਬਾਰੇ ਗੱਲ ਕਰਦੇ ਹਾਂ ਕਿ ਮੈਂ 2 ਸਾਲ ਬਾਅਦ ਕਿਵੇਂ ਐਲੀਜੀਬਲ ਹੋ ਗਿਆ ਸੀਗਾ। ਸੋ ਜੇ ਤੁਸੀਂ ਹੁਣ ਕੈਨੇਡਾ ਦੇ ਵਿੱਚ ਐਜ਼ ਅ ਟੈਂਪਰੇਰੀ ਰੈਜ਼ੀਡੈਂਟ ਆਏ ਸੀਗੇ ਜਾਂ ਤੁਸੀਂ ਸਟੂਡੈਂਟ ਆਏ ਸੀ ਜਾਂ ਵਰਕਰ ਆਏ ਸੀਗੇ, ਹੁਣ ਜਿਹੜਾ ਵੀ ਟਾਈਮ ਤੁਸੀਂ ਸਟੂਡੈਂਟ ਸੀਗੇ ਜਾਂ ਵਰਕਰ ਸੀਗੇ ਉਹ ਟਾਈਮ ਤੁਹਾਡਾ ਹਾਫ ਟਾਈਮ ਕਾਊਂਟ ਹੋ ਜਾਂਦਾ ਟੁਵਰਡਸ ਕੈਨੇਡੀਅਨ ਸਿਟੀਜ਼ਨਸ਼ਿਪ ਦਾ ਟਾਈਮ ਜਿਹੜਾ ਹੁੰਦਾ। ਨਾਰਮਲੀ ਤੁਹਾਨੂੰ 3 ਸਾਲ ਲਈ ਵੇਟ ਕਰਨੀ ਪੈਂਦੀ ਹੈ ਆਫਟਰ ਪਰਮਨੈਂਟ ਰੈਜ਼ੀਡੈਂਸ ਆਪਣੀ ਸਿਟੀਜ਼ਨਸ਼ਿਪ ਦੀ ਐਪਲੀਕੇਸ਼ਨ ਨੂੰ ਅਪਲਾਈ ਕਰਨ ਵਾਸਤੇ। ਜੇ ਤੁਸੀਂ 3 ਸਾਲ ਕੈਨੇਡਾ ਵਿੱਚ ਸਟੂਡੈਂਟ ਸੀਗੇ ਤੇ ਤੁਹਾਡਾ ਹਾਫ ਟਾਈਮ ਜਿਹੜਾ ਕਿ 1.5 ਸਾਲ ਹੁੰਦਾ ਆ ਉਹ ਕਾਊਂਟ ਹੋ ਜਾਂਦਾ, ਪਰ 1.5 ਸਾਲ ਕਾਊਂਟ ਨਹੀਂ ਹੋਊਗਾ, ਸਿਰਫ 1 ਈਅਰ ਹੀ ਕਾਊਂਟ ਹੋਊਗਾ, ਕਿਉਂਕਿ ਮੈਕਸਿਮਮ ਟਾਈਮ ਜਿਹੜਾ ਆ ਉਹ ਤੁਸੀਂ ਟੈਂਪਰੇਰੀ ਰੈਜ਼ੀਡੈਂਟ ਦੇ ਉੱਪਰ 1 ਈਅਰ ਹੀ ਕਾਊਂਟ ਕਰ ਸਕਦੇ ਹੋ। ਜੇ ਤੁਸੀਂ 4 ਸਾਲ ਕੈਨੇਡਾ ਵਿੱਚ ਟੈਂਪਰੇਰੀ ਰੈਜ਼ੀਡੈਂਟ ਸੀਗੇ ਤੇ ਤੁਹਾਡਾ 2 ਸਾਲ ਬਣਦਾ ਆ, ਪਰ ਤੁਸੀਂ 2 ਸਾਲ ਨਹੀਂ ਕਾਊਂਟ ਕਰ ਸਕਦੇ, ਤੁਸੀਂ 1 ਈਅਰ ਕਾਊਂਟ ਕਰ ਸਕਦੇ ਹੋ ਆਪਣੀ ਕੈਨੇਡੀਅਨ ਸਿਟੀਜ਼ਨਸ਼ਿਪ ਐਪਲੀਕੇਸ਼ਨ ਨੂੰ ਅਪਲਾਈ ਕਰਨ ਲਈ। ਸੋ ਤੁਹਾਨੂੰ ਜਿਹੜਾ 1 ਈਅਰ ਜਿਹੜਾ ਤੁਸੀਂ ਟੈਂਪਰੇਰੀ ਰੈਜ਼ੀਡੈਂਟ ਤੁਹਾਡਾ ਕਾਊਂਟ ਹੋ ਜਾਣਾ ਆ ਤੇ 2 ਇਅਰਸ ਆਫਟਰ PR ਤੁਸੀਂ ਆਪਣਾ ਕਾਊਂਟ ਕਰ ਸਕਦੇ ਹੋ ਤੇ ਟੋਟਲ ਤੁਹਾਡਾ 3 ਇਅਰਸ ਕਾਊਂਟ ਹੋ ਗਿਆ। ਜੇ ਤੁਸੀਂ ਆਪਣਾ ਟਾਈਮ ਕਾਊਂਟ ਕਰਨਾ ਆ ਤੇ ਤੁਸੀਂ ਗੂਗਲ ਦੇ ਉੱਪਰ ਜਾਣਾ ਹੈ ਤੇ ਉੱਥੇ ਤੁਸੀਂ ਟਾਈਪ ਕਰਨਾ ਹੈ ਫਿਜ਼ੀਕਲ ਪ੍ਰੈਜ਼ੈਂਸ ਕੈਲਕੂਲੇਟਰ ਤੇ ਇੱਥੇ ਤੁਸੀਂ ਸਾਰੀ ਆਪਣੀ ਡਿਟੇਲ ਪਾਣੀ ਹੈ ਕਿ ਕਿਹੜੀ ਡੇਟ ਨੂੰ ਤੁਸੀਂ ਸਟੂਡੈਂਟ ਕੈਨੇਡਾ ਵਿੱਚ ਆਏ ਸੀਗੇ ਤੇ ਤੁਸੀਂ ਵਰਕਰ ਕਦੋਂ ਬਣੇ ਸੀਗੇ ਤੇ ਉਸ ਤੋਂ ਬਾਅਦ ਤੁਸੀਂ PR ਤੁਸੀਂ ਕਦੋਂ ਲਈ ਹੈ। ਉਹ ਸਾਰੀ ਡਿਟੇਲ ਇੱਥੇ ਜਦੋਂ ਤੁਸੀਂ ਪਾਓਗੇ ਤੁਹਾਨੂੰ ਦੱਸ ਦੇਣਗੇ ਕਿ ਤੁਸੀਂ ਕੈਨੇਡੀਅਨ ਸਿਟੀਜ਼ਨਸ਼ਿਪ ਲਈ ਐਲੀਜੀਬਲ ਹੈਗੇ ਹੋ, ਤੁਹਾਡਾ ਟਾਈਮ ਪੂਰਾ ਹੋ ਚੁੱਕਿਆ ਜਾਂ ਨਹੀਂ ਹੋ ਚੁੱਕਿਆ। ਤੇ ਇਹ ਜਿਹੜਾ ਕੈਲਕੂਲੇਟਰ ਹੈ ਇਹ ਵੀ ਤੁਹਾਡੀ ਫਾਈਲ ਦੇ ਵਿੱਚ ਨਾਲ ਅਟੈਚ ਹੁੰਦਾ ਹੈ। ਸੋ ਸਟੂਡੈਂਟਸ, ਵਰਕਰਸ ਤੇ ਟੈਂਪਰੇਰੀ ਰੈਜ਼ੀਡੈਂਟਸ ਜਿਹੜੇ ਵੀ ਕੈਨੇਡਾ ਵਿੱਚ ਆਏ ਹੁੰਦੇ ਨੇ ਪਹਿਲਾਂ ਤੇ ਉਸ ਤੋਂ ਬਾਅਦ PR ਹੋ ਜਾਂਦੇ ਨੇ, ਮੋਸਟ ਪ੍ਰੋਬਬਲੀ ਆਫਟਰ 2 ਇਅਰਸ ਹੀ ਐਲੀਜੀਬਲ ਹੋ ਜਾਂਦੇ ਨੇ ਕੈਨੇਡੀਅਨ ਸਿਟੀਜ਼ਨਸ਼ਿਪ ਐਪਲੀਕੇਸ਼ਨ ਵਾਸਤੇ, ਕਿਉਂਕਿ ਉਹ ਪਹਿਲਾਂ ਕੈਨੇਡਾ ਦੇ ਵਿੱਚ ਐਜ਼ ਅ ਟੈਂਪਰੇਰੀ ਰੈਜ਼ੀਡੈਂਸ ਰਹੇ ਹੁੰਦੇ ਨੇ ਤੇ ਉਹਨਾਂ ਦਾ 1 ਈਅਰ ਟੁਵਰਡਸ ਐਪਲੀਕੇਸ਼ਨ ਟਾਈਮ ਲਈ ਉਹ ਐਡ ਹੋ ਜਾਂਦਾ ਹੈ। ਸੋ ਇਹ ਸੀਗੀ ਸਾਰੀ ਇਨਫੋਰਮੇਸ਼ਨ ਕਿ ਆਪਾਂ ਕੈਨੇਡੀਅਨ ਸਿਟੀਜ਼ਨਸ਼ਿਪ ਕਿੱਦਾਂ ਅਪਲਾਈ ਕਰ ਸਕਦੇ ਹਾਂ। ਹੋਪਫੁਲੀ ਤੁਹਾਨੂੰ ਮੇਰੀ ਇਹ ਵੀਡੀਓ ਕਾਫੀ ਯੂਜ਼ਫੁਲ ਲੱਗੀ ਹੋਊਗੀ। ਹੋਰ ਵੀ ਕਾਫੀ ਇਨਫੋਰਮੇਟਿਵ ਵਲੌਗ ਮੈਂ ਅਗਲੀ ਵੀਡੀਓਜ਼ ਦੇ ਵਿੱਚ ਲੈ ਕੇ ਆਊਂਗਾ। ਅੱਜ ਦੇ ਲਈ ਇੰਨਾ ਹੀ। ਸੀ ਯੂ ਇਨ ਦਾ ਨੈਕਸਟ ਵਲੌਗ।